ਵਾਹਿਗੁਰੂ ਜੀ। ਤੇਰਾ ਕੀਤਾ ਜਾਤੋ ਨਹੀਂ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਇਓਈ। ਤਰਸ ਭਇਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਤੇ ਆਪ ਛਡਾਵਹੁ। ਇਹ ਭੀਤਰ ਤੇ ਇਨ ਕੋ ਡਰਹੁ, ਆਪਨ ਨਿਕਟ ਬੁਲਾਵਹੁ। ਆਪਣੀ ਭੇਦ ਆਪ ਜਨਾਵਹੁ। ਧੰਨ ਧੰਨ ਮਹਾਂਪੁਰਖ ਬਾਬਾ ਸਲੂਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਅਪਾਰ ਰਹਿਮਤ ਦਾ ਸਦਕਾ ਮਹਾਂਪੁਰਖਾਂ ਦੇ ਦਰ ਸਥਾਨਾਂ 'ਤੇ ਜੋ ਪਵਿੱਤਰ ਗੁਰਬਾਣੀ ਦੀ ਵਿਚਾਰ ਦੀ ਬਖਸ਼ਿਸ਼ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਇਸ ਤੋਂ ਲਾਹਾ ਲੈਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਪਵਿੱਤਰ ਗੁਰਬਾਣੀ ਦੇ ਨਾਲ ਸਾਂਝ ਬਣ ਸਕੇ, ਇਹਦੇ ਅਨੁਸਾਰ ਕੁਝ ਸੋਝੀ ਆ ਸਕੇ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਗੁਰੂ ਕਿਰਪਾ ਅਨੁਸਾਰ ਚੱਲ ਰਹੀ ਲਗਾਤਾਰ ਗੁਰਬਾਣੀ ਦੀ ਵਿਚਾਰ ਅਨੁਸਾਰ ਅੱਜ ਦਾ ਜੋ ਫਰਮਾਨ ਹੈ, ਜਿਸ ਵਿੱਚੋਂ ਕੱਲ੍ਹ ਆਪ ਜੀ ਨੇ ਜਿਹੜਾ ਮਾਰੂ ਸੋਹਲਿਆਂ ਦਾ ਪਾਠ ਚੱਲ ਰਿਹਾ ਹੈ, ਮਾਰੂ ਰਾਗ ਦੇ ਵਿੱਚੋਂ ਪੰਨਾ 1058 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜੋ ਕਿ 14ਵਾਂ ਜਿਹੜਾ ਸੋਹਲਾ ਹੈ, ਉਹਦੇ ਵਿੱਚੋਂ 8 ਪਦਿਆਂ ਦੀ ਵਿਚਾਰ ਜਥਾ ਮਤ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਗੁਰੂ ਕਿਰਪਾ ਦੁਆਰਾ ਯਤਨ ਕੀਤਾ ਗਿਆ ਹੈ। 9ਵੇਂ ਪਦੇ ਦੀ ਭਾਵ 9ਵੇਂ ਨੰਬਰ ਦੀ ਵਿਚਾਰ ਅੱਗੇ ਆਰੰਭ ਹੋ ਰਹੀ ਹੈ। ਸਤਿਗੁਰੂ ਰਹਿਮਤ ਕਰਨ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰਿ ਜਿਉ ਸਦ ਹੀ ਰਹਿ ਸਮਾਏ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਪਰਮੇਸ਼ਰ ਦਾ ਪਿਆਰਾ, ਗੁਰੂ ਕੀ ਸਿੱਖਿਆ ਅਨੁਸਾਰ ਚੱਲਣ ਵਾਲਾ, ਸੱਚੇ ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਉਹ ਪੁਰਸ਼ ਜੀਵਨ ਮੁਕਤ ਹੈ। ਭਾਵ ਉਹਨੂੰ ਇਹ ਨਹੀਂ ਚਿੰਤਾ ਕਿ ਅੱਗੇ ਜਾ ਕੇ ਮੈਨੂੰ ਮੁਕਤੀ ਮਿਲੇ ਜਾਂ ਨਾ ਮਿਲੇ। ਉਹ ਕਹਿੰਦਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਖੁਸ਼ ਹੈ, ਅਤੇ ਮੈਨੂੰ ਇੱਥੇ ਵੀ ਮੁਕਤੀ ਦੀ ਪ੍ਰਾਪਤੀ ਦੇ ਬਰਾਬਰ ਆਨੰਦ ਹੈ ਅਤੇ ਅੱਗੇ ਵੀ ਆਨੰਦ ਹੈ। ਕਿਉਂਕਿ ਇਸ ਕਰਕੇ ਭਗਤ ਕਬੀਰ ਜੀ ਨੇ ਵੀ ਕਿਹਾ ਹੈ, ਨਾ ਮੈਨੂੰ ਸੁਰਗ ਦੀ ਆਸ ਹੈ, ਨਾ ਮੈਨੂੰ ਨਰਕ ਦਾ ਡਰ ਹੈ। ਮੇਰੇ ਮਨ ਦੀ ਇੱਕੋ ਮੰਗ ਹੈ ਕਿ ਗੁਰੂ ਚਰਨਾਂ ਦੇ ਵਿੱਚ ਮੇਰਾ ਸਦਾ ਨਿਵਾਸ ਰਹੇ, ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੂਲ ਗੱਲ ਜਿਹੜੀ ਹੈ ਕਿ ਸਦਾ ਗੁਰੂ ਦੇ ਉਪਦੇਸ਼ ਨੂੰ ਮੰਨਣਾ, ਮਨ ਕਰਕੇ ਸ਼ਰਧਾ ਕਰਕੇ, ਸਤ ਬਚਨ ਸਾਧੂ ਉਪਦੇਸ਼, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਸ ਪ੍ਰਕਾਰ ਉਹ ਜੀਵ ਜਿਹੜਾ ਕਿਸੇ ਵੀ ਬੰਧਨ ਵਿੱਚ ਨਹੀਂ ਹੁੰਦਾ, ਨਾ ਉਹਨੂੰ ਕੋਈ ਰੋਗ ਬੰਨ੍ਹ ਸਕਦਾ ਹੈ, ਰੋਕ ਟੋਕ ਕਰ ਸਕਦਾ ਹੈ। ਇਹ ਜ਼ਰੂਰ ਹੈ ਕਿ ਉਹ ਆਪਣੀ ਤਾਕਤ ਵਿਖਾਉਂਦਾ ਨਹੀਂ, ਪਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਸਾਰੇ ਸੰਸਾਰ ਦੇ ਜੀਵਾਂ ਤੋਂ ਉੱਪਰਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਫਿਰ ਉਹ ਸਦਾ ਹੀ ਹਰੀ ਨਾਲ
ਅਭੇਦ ਹੋ ਰਹਿੰਦਾ ਹੈ। ਪਰਮੇਸ਼ਰ ਵਿੱਚ ਅਤੇ ਉਸ ਵਿੱਚ ਕੋਈ ਅੰਤਰ ਨਹੀਂ ਹੈ। ਆਪ ਜੀ ਰਹਿ ਰਾਸ ਦੇ ਵਿੱਚ ਸਰਵਣ ਕਰਦੇ ਹੋ, ਹਰ ਹਰ ਜਲ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੈ। ਜਲ ਤੇ ਉਪਜ ਤਰੰਗ ਜਿਉ ਜਲ ਹੀ ਮਾਹੇ ਸਮਾਏ। ਜਿਵੇਂ ਪਾਣੀ ਦੇ ਵਿੱਚ ਤਰੰਗਾਂ ਹਨ ਅਤੇ ਪਾਣੀ ਵਿੱਚ ਹੀ ਰਲ ਜਾਂਦੀਆਂ ਹਨ, ਇਸੇ ਤਰ੍ਹਾਂ ਰੱਬ ਦੇ ਪਿਆਰੇ ਇੱਥੇ ਵੀ ਰੱਬ ਦੇ ਨਾਲ ਜੁੜੇ ਹਨ ਅਤੇ ਫਿਰ ਵੀ ਉਹਦੇ ਨਾਲ ਇੱਕਮਿਕ ਹੋ ਜਾਂਦੇ, ਉਹਦੇ ਤੋਂ ਵੱਖਰੇ ਨਹੀਂ। ਇਸ ਕਰਕੇ ਜਿਵੇਂ ਸਾਨੂੰ ਵੀ ਕਈ ਵਾਰ ਭੁਲੇਖਾ ਪੈ ਜਾਂਦਾ ਹੈ, ਮਹਾਂਪੁਰਖਾਂ ਦੇ ਸ਼ਹੀਦਾਂ ਸਿੰਘਾਂ ਦੇ ਦਰ 'ਤੇ ਪ੍ਰੇਮੀ ਆਉਂਦੇ ਹਨ ਅਤੇ ਮਨ ਵਿੱਚ ਇਹ ਹੁੰਦਾ ਹੈ ਕਿ ਉਹਨਾਂ ਦੇ ਦਰ ਸਥਾਨ 'ਤੇ ਹਾਜ਼ਰੀ ਨਹੀਂ ਲੱਗੀ, ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕ ਲਿਆ, ਪਤਾ ਨਹੀਂ ਹਾਜ਼ਰੀ ਪ੍ਰਵਾਨ ਹੈ ਕਿ ਨਹੀਂ। ਸੋ ਗੁਰੂ ਕੀ ਸਾਧ ਸੰਗਤ, ਜਿਹੜਾ ਰੱਬ ਦਾ ਪਿਆਰਾ ਹੈ ਰੱਬ ਤੋਂ ਵੱਖਰਾ ਨਹੀਂ, ਅਤੇ ਜਿਹੜਾ ਵੱਖਰਾ ਹੈ ਉਹਨੂੰ ਅਜੇ ਗੁਰੂ ਦੀ ਕਿਰਪਾ ਪ੍ਰਾਪਤ ਹੋਈ ਨਹੀਂ, ਉਹ ਕਿਸੇ ਹੋਰ ਹੀ ਜਗ੍ਹਾ 'ਤੇ ਰੁਕਿਆ ਹੈ। ਇਸ ਕਰਕੇ ਜੋ ਵੀ ਪਰਮੇਸ਼ਰ ਦੇ ਪਿਆਰੇ ਹਨ, ਨਾਮ ਜਪਣ ਵਾਲੇ, ਕੋਈ ਸ਼ੁਭ ਕਰਮ ਕਰਨ ਵਾਲੇ, ਗੁਰਮਤਿ ਅਨੁਸਾਰ ਦਾਨ ਕਰਨ ਵਾਲੇ ਅਤੇ ਆਪਣੇ ਤਨ ਮਨ ਨੂੰ ਭਲੇ ਵਾਸਤੇ, ਧਰਮ ਵਾਸਤੇ, ਗਰੀਬਾਂ ਵਾਸਤੇ, ਕੌਮ ਵਾਸਤੇ ਕੁਰਬਾਨ ਕਰਦੇ ਹਨ, ਐਸੇ ਲੋਕ ਜਿਹੜੇ ਹਨ ਪਰਮੇਸ਼ਰ ਦੇ ਪਿਆਰੇ, ਅਤੇ ਉਹ ਸਦਾ ਹੀ ਗੁਰੂ ਦੇ ਨਾਲ ਇੱਕਮਿਕ ਰਹਿੰਦੇ ਹਨ, ਗੁਰੂ ਉਹਨਾਂ ਤੋਂ ਵੱਖਰਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਸਦਾ ਹੀ ਉਹ ਪਰਮੇਸ਼ਰ ਦੇ ਨਾਲ ਮਿਲੇ ਹਨ। ਕਿਉਂ? ਇੱਕੋ ਹੀ ਵੱਡਾ ਉਹਨਾਂ ਨੂੰ ਇੱਕ ਸਾਧਨ ਮਿਲਿਆ, ਇੱਕ ਸੋਝੀ ਆਈ ਕਿ ਸਾਰਾ ਬਚਨ ਜੋ ਵੀ ਗੁਰੂ ਕਹਿੰਦਾ ਸੱਤ ਕਰਕੇ ਮੰਨਣਾ ਹੈ। ਗੁਰ ਕਿਰਪਾ ਤੇ ਮਿਲੈ ਵਡਿਆਈ, ਹਉਮੈ ਰੋਗ ਨ ਤਾਹੇ। ਅਤੇ ਜੇ ਗੁਰੂ ਦੇ ਬਚਨ ਨੂੰ ਸਿੱਖ ਮੰਨਦਾ ਰਹਿੰਦਾ ਹੈ, ਜਿਸ ਨੂੰ ਗੁਰੂ ਦੀ ਕਿਰਪਾ ਨਾਲ ਨਾਮ ਦੀ ਵਡਿਆਈ ਮਿਲਦੀ ਹੈ, ਅਤੇ ਉਸ ਨੂੰ ਹਉਮੈ ਰੂਪੀ ਰੋਗ ਨਹੀਂ ਹੁੰਦਾ, ਕਿਉਂਕਿ ਦੋਵੇਂ ਚੀਜ਼ਾਂ ਇੱਕ ਥਾਂ ਰਹਿੰਦੀਆਂ ਨਹੀਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਕਈ ਵਾਰ ਅੱਗੇ ਵੀ ਇਹ ਵਿਚਾਰ ਸਾਂਝੀ ਹੋਈ ਹੈ ਸੰਗਤ ਨਾਲ ਕਿ ਜ਼ਿਕਰ ਆਉਂਦਾ ਹੈ, ਇੱਕ ਵਾਰ ਹਨੇਰੇ ਨੇ ਪਰਮੇਸ਼ਰ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਮੈਨੂੰ ਸੂਰਜ ਟਿਕਣ ਨਹੀਂ ਦਿੰਦਾ, ਮੈਂ ਜਿੱਥੇ ਵੀ ਹੁੰਦਾ ਹਾਂ ਮੈਨੂੰ ਉਹ ਦੂਰ ਕਰ ਦਿੰਦਾ ਹੈ, ਆਪ ਆ ਕੇ ਉੱਥੇ ਆਪਣਾ ਅਸਰ ਕਰ ਜਾਂਦਾ ਹੈ। ਅਤੇ ਸੂਰਜ ਨੂੰ ਬੁਲਾਇਆ ਪਰਮੇਸ਼ਰ ਨੇ, ਇਹ ਭਾਈ ਤੇਰੀ ਸ਼ਿਕਾਇਤ ਆਈ, ਕਹਿੰਦੇ ਕੀ? ਕਹਿੰਦਾ ਜੀ ਹਨੇਰਾ ਕਹਿੰਦਾ ਮੈਨੂੰ ਸੂਰਜ ਟਿਕਣ ਨਹੀਂ ਦਿੰਦਾ। ਅਤੇ ਸੂਰਜ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਮੇਰੀ ਬੇਨਤੀ ਸੁਣੋ, ਇਹਨੂੰ ਪੁੱਛੋ ਮੈਂ ਇਹਨੂੰ ਕਦੋਂ ਆਖਿਆ ਤੂੰ ਇੱਥੋਂ ਚਲਿਆ ਜਾ। ਇਹ ਜਦੋਂ ਮੈਂ ਇੱਧਰ ਆਪਣੇ ਅਸਰ ਵਿੱਚ ਤੁਹਾਡੇ ਹੁਕਮ ਨਾਲ ਆਪਣੀ ਡਿਊਟੀ ਭੁਗਤਾਉਂਦਾ ਹੈ ਅਤੇ ਪਹਿਲਾਂ ਹੀ ਭੱਜ ਜਾਂਦਾ ਹੈ, ਜਿੱਥੇ ਮੈਂ ਉਹਨਾਂ ਉੱਥੇ ਰੁਕਦਾ ਹੀ ਨਹੀਂ। ਇੱਥੋਂ ਭਾਵ ਇਹ ਮਿਲਦਾ ਕਿ ਗਿਆਨ ਸੂਰਜ ਹੈ, ਅਗਿਆਨ ਹਨੇਰਾ ਹੈ। ਜਿੱਥੇ ਗੁਰੂ ਕਾ ਗਿਆਨ ਹੈ ਉੱਥੇ ਅਗਿਆਨਤਾ ਨਹੀਂ, ਅਤੇ ਜਿੱਥੇ ਅਗਿਆਨਤਾ ਹੈ ਉਹਨੂੰ ਗੁਰੂ ਦੀ ਸੋਝੀ ਨਹੀਂ। ਉਹ ਕਹਿੰਦਾ ਆਹ ਕਰ ਲਓ, ਆਹ ਕਰ ਲਓ, ਜੋ ਗੁਰੂ ਕਹਿੰਦਾ ਉਹਦਾ ਪਤਾ ਹੀ ਕੋਈ ਨਹੀਂ। ਜਿਹਨੂੰ ਕੋਈ ਪਤਾ ਨਹੀਂ ਉੱਥੇ ਆਣ ਕੇ ਮੱਤਾਂ ਦਿੰਦਾ, ਆਹ ਰੀਤ ਆਹ ਰਸਮ ਕਰਨੀ ਹੈ, ਅਤੇ ਜਿਹਨੂੰ ਕਹੋ ਗੁਰੂ ਨੇ ਕੀ ਦੱਸਿਆ, ਉਹ ਕਹਿੰਦਾ ਉਹ ਗੱਲ ਵੱਖਰੀ ਹੈ, ਉਸ ਪਾਸੇ ਆਉਂਦਾ ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਇਹ ਹਉਮੈ ਜਿੱਥੇ ਹੈ ਉੱਥੇ ਗੁਰੂ ਦੀ ਕਿਰਪਾ ਨਹੀਂ, ਜੇ ਗੁਰੂ ਦੀ ਕਿਰਪਾ 'ਚ ਮੈਂ ਨਹੀਂ। ਇਸ ਕਰਕੇ ਰਸ ਕਸ ਖਾਏ ਪਿੰਡ ਵਧਾਏ, ਭੀਖ ਕਰੈ ਗੁਰ ਸ਼ਬਦ ਨਾ ਕਮਾਏ। ਹੁਣ ਆ ਗਈ ਜ਼ੁਬਾਨ ਦੇ ਰਸ ਦੀ ਗੱਲ, ਚਸਕੇ ਦੀ। ਸਤਿਗੁਰੂ ਜੀ ਕਿਰਪਾ ਕਰਦੇ ਕਿ ਜੋ ਖੱਟੇ ਮਿੱਠੇ ਕਸੈਲੇ ਆਦਿਕ ਰਸਾਂ ਕਸਾਂ ਨੂੰ ਖਾਂਦੇ ਹਨ, ਐਸੇ ਜੋਗ ਅਜੋਗ ਰਸਾਂ ਨੂੰ ਖਾ ਕੇ ਆਪਣੇ ਸਰੀਰ ਨੂੰ ਵਧਾਉਂਦਾ ਹੈ ਅਤੇ ਸਰੀਰ ਉੱਤੇ ਭੇਗ ਧਾਰਨ ਕਰਕੇ ਗੁਰ ਉਪਦੇਸ਼ ਨੂੰ ਨਹੀਂ ਕਮਾਉਂਦਾ। ਭੇਖ ਗੁਰੂ ਦਾ ਜਿਹੜਾ ਉਹਦੀ ਅਸਲ ਸਿੱਖਿਆ ਦਾ ਪਤਾ ਨਹੀਂ, ਭੇਖ ਕਿਉਂ ਧਾਰਿਆ, ਭੇਖ ਧਾਰ ਕੇ ਹੁਣ ਕੀ ਕਰਨਾ ਕੀ ਨਹੀਂ ਕਰਨਾ, ਅਤੇ ਖਾਣ ਵਾਲੀ ਕਿਹੜੀ ਸ਼ੈ ਗੁਰੂ ਨੇ ਕਹੀ ਹੈ ਅਤੇ ਕਿਹੜੀ ਛੱਡਣ ਵਾਸਤੇ ਕਹੀ, ਪਤਾ ਹੀ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਸੰਖ ਮਲੇਸ਼ ਮਲ ਭਖ ਖਾਏ। ਐਸੇ ਅਨੇਕਾਂ ਲੋਕ ਜਿਹੜੇ ਗੁਰੂ ਦੀ ਸਿੱਖਿਆ ਦੀ ਪਰਵਾਹ ਨਹੀਂ ਕਰਦੇ, ਆ ਭਖ ਸਭ ਖਾਈ ਜਾਂਦੇ। ਵੇਖੋ ਇੱਥੇ
तो फिर सतगुरु जी कथन करते और वो जिहड़ा जो कुछ खाधा है अपनी मर्जी नाल फिर मगरों रोग बन जाता है, क्योंकि जिहड़ी जहर भी है गुरु की कृपा ते अमृत बन जाती। तो जे नहीं तो जिन्ने पदार्थ खाधे वाधू अपने चस्के वास्ते वो भी रोग पैदा करते हैं। जिन्ने ज़्यादा रसां कसां वाले, ज़्यादा स्वादां वाले, ज़्यादा मसालियां वाले, उन्ने रोग बनते हैं। सतगुरु जी कहते जेते रस शरीर के तेते लगे दुख। तो इस करके वो गुरु के उपदेश नूं समझदा नहीं, उहदे अनुसार चलदा नहीं, तो फिर दुखी हुंदा, कहंदा मैनूं रोग क्यों लगा। गुरु की गल नहीं मनता, दुख झली जाता है तो दवाई करी जाता, पर जो करना करता नहीं। सतगुरु जी कहते किवें अंतर रोग महा दुख भारे, बेष्टा माहे सुमाहे। उस दे अंदर वड्डा भारी दुख देण वाला अज्ञान रूपी रोग है। मन की मत जां जिहड़ी किसी दे वेखो वेखी दुनियावी मत के अनुसार चलना, ये तो वड्डा रोग पैदा हो गया कि पुठे रस्ते पै गया, पुठी मत नूं धारण कर लिया। जो गुरु की मत वो समझ चाहते नहीं, कहता मैं मनता नहीं, सच नहीं, तो अंत नूं गंदगी विच समाउंदा है। भाव सतगुरु जी कहते गूँ का कीड़ा बनता है, विष्ठा। इत्थों तक सतगुरां कह दिता मनुख अपने आप नूं कहता मेरे वर्गा है कोई नहीं। तो जिन्होंने देवते कहता है अन्न देवता, पानी देवता, बसंतर देवता, लूण पंजवां पाया किरत, ये जो भी अन्न पदार्थ खांदा है घ्यो पा के कहता पवित्र हो गया। तो सतगुरु जी कहते है तो वह पवित्र मन्निया, पर जदों ये नाल जुड़ गया, इन्हें उन्होंने छक लिया पदार्थां नूं, पापी स्यों तन गड्ढिया थुक्कां पईयां तित, तो ਉਹਦੇ मुड़ के गंद बन जाता है, तो लोग थुकते वाल निगाह नहीं करते। तो सतगुरां फिर इत्थों तक कह दिता है कि जिहड़ा इस तरह भाई परमेश्वर का नाम नहीं लैंदा, एवें छकण छकाउण लग पैंदा है, तो वहदा मूँह जिहड़ा है उस दे बराबर मन्निया जांदा। चरण करो श्री वाहिगुरू। इस करके सतगुरु जी कथन करते हैं गुरु की आग्ञा नूं भुल्लण करके ही सारियां समस्या आउंदियां हन। वेद पढ़े पढ़ बाद वखाणे, घट मैं ब्रह्म तिस शब्द ना पछाणै। वेदां नूं पढ़ पढ़ के झगड़ियां नूं ही कथन करदा, एक दूजे नाल जिद्ददा है। हुण किताब पता नहीं एक जां दो किते पोथीआं पढ़ लईआं ते कहना मैं सारे ग्रंथ पढ़े हन। ते सतगुरु जी कहंदे सारे ते सानूं एक धर्म दा पता नहीं किन्ने क हन, ते सारियां दी किते गिणती कर लवेंगा। जिवें कई इन्नी गल दी गप मार जिंदे मैं कोना कोना दुनिया दा फिरिया, हुण ये नहीं पता एक कोना कित्थे जाके आउंदा, दूजा कित्थे आउंदा, कित्थे दुनिया दी नुक्कर मुक्कदी है, कोई ये दस नहीं सकदा ते कह देना। इस करके महाराज जी कहंदे गल्लीं ऐसे लोग समान नूं डेगण तक जांदे हन। झगड़े करते थोड़े बहुते दो चार अखर पढ़ ले ते बहसबाजी बहसबाजी करन लई एक दूजे दे नाल रोक टोक करनी शुरू कर दित्ती। ते सतगुरु जी कहंदे इस करके जो विचों तत्त है उते लभा नहीं। सिमरत शास्त्र पुन पाप विचार दे तत्ता सार न जानी। हिरदे विच जो ब्रह्म वस रहा है उसनूं गुर उपदेश द्वारा पछाणदा नहीं है, वो तो अंदर है तो होर झगड़े करता है। ये लागों दी कोई गुरु का सिख लंघ जाए, कोई गुरु का नाम लैंदा कहंदा है मूर्ख इनू पता नहीं, जिहड़ा मैनू पता मैनू ज्ञान इनू है नहीं। सतगुरु जी कहंदे इस करके गुरु दे आग्या नूं मनण वाले गुरमुखां दी संगत दी लोड़ है, क्योंकि उन्होंने मिलिया पता लग जाता है ये किवें गुरु के नेड़े होए, की इन्हां दे विच करनी है। जिवें ध्रुव की मतरेई माता ने ध्रुव भगत नूं बचपन दे विच पिता की गोदी विचों खिंच के बाहर कढ़ दिता, ते उन्हें कहा जे पिता की गोद विच बहना सी ते मेरे पेटों जन्म लैनों ते तूं उहदा पुत्र तां मन्निया जा सकदा है, ते तूं इत्थे बह नहीं सकदा, इत्थे मेरा पुत्र पवेगा। ते उन्हें आके अपनी माता नूं पुछया, माता मैनूं ये दस तूं राणी है कि गोली है। ते हुण वो माता सियाणी सी, क्योंकि दुनिया ते 2.5 मावां मन्नियां गईयां हन। माता गुजरी तो पहलां
ਜਿਨ੍ਹਾਂ ਨੇ ਆਪਣੀ ਸਿੱਖਿਆ ਦੇ ਕਾਰਨ ਆਪਣੇ ਬੱਚਿਆਂ ਨੂੰ ਬਹੁਤ ਵੱਡੀ ਅਵਸਥਾ 'ਤੇ ਪਹੁੰਚਾ ਦਿੱਤਾ। ਕਿਉਂਕਿ ਸਤਿਗੁਰੂ ਕਹਿੰਦੇ ਮਾਤਾ ਮਤ ਪਿਤਾ ਸੰਤੋਖ। ਇਸ ਕਰਕੇ ਜਦੋਂ ਉਹਨੇ ਕਿਹਾ ਤੂੰ ਰਾਣੀ ਹੈ ਕਿ ਗੋਲੀ ਹੈ, ਕਹਿੰਦੇ ਕਿਉਂ? ਉਹਨੇ ਕਿਹਾ ਮੈਨੂੰ ਬਾਪ ਦੀ ਗੋਦ ਦੇ ਵਿੱਚੋਂ ਉਹ ਨਵੀਂ ਆਈ ਰਾਣੀ ਨੇ ਬਾਹਰ ਖਿੱਚ ਕੇ ਸੁੱਟ ਦਿੱਤਾ ਹੈ, ਅਤੇ ਇਸ ਕਰਕੇ ਮੈਂ ਸਮਝਿਆ ਤੂੰ ਰਾਜੇ ਦੀ ਰਾਣੀ ਹੈ ਜਿਹਦਾ ਮੈਂ ਪੁੱਤਰ ਹਾਂ। ਅਤੇ ਕਾਰਨ ਕੀ? ਉਹਨੇ ਕਿਹਾ ਇਸ ਜਨਮ ਦੀ ਭਾਵੇਂ ਮੈਂ ਰਾਣੀ ਹਾਂ, ਪਰ ਪਹਿਲਾਂ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਇਸ ਕਰਕੇ ਮੇਰੀ ਹਾਲਤ ਗੋਲੀਆਂ ਵਾਲੀ ਹੋ ਗਈ ਹੈ। ਅਤੇ ਜੇ ਰੱਬ ਨੂੰ ਯਾਦ ਕਰਦੀ ਤਾਂ ਮੈਨੂੰ ਰਾਣੀ ਵਾਲਾ ਸੁੱਖ ਮਿਲਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨੇ ਕਿਹਾ ਮੈਂ ਕਰਮਾਂ ਦੀ ਰਾਣੀ ਨਹੀਂ, ਜਨਮ ਦੀ ਰਾਣੀ ਹਾਂ। ਧਰੂ ਨੇ ਕਿਹਾ ਏਡਾ ਨਾਮ ਦਾ ਪ੍ਰਭਾਵ ਹੁੰਦਾ ਹੈ, ਕਹਿੰਦੀ ਉਹਦੇ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਅਤੇ ਐਸੀ ਮਨ ਦੇ ਵਿੱਚ ਉਹ ਠੋਕਰ ਵੱਜੀ। ਅਤੇ ਜਾ ਕੇ ਵੇਖੋ ਸਤਿਗੁਰੂ ਜੀ ਕਹਿੰਦੇ 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਇਸੇ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ। 5 ਸਾਲ ਦਾ ਬੱਚਾ ਜੇ ਅਤੇ ਜਾ ਕੇ ਉਜਾੜ ਵਿੱਚ ਜੰਗਲ ਵਿੱਚ ਬਹਿ ਗਿਆ, ਅਤੇ ਐਸੀ ਉਹਦੀ ਬਿਰਤੀ ਜੁੜੀ ਪਰਮੇਸ਼ਰ ਦੇ ਨਾਲ ਕਿ ਉਹਨੂੰ ਅੱਜ ਵੀ ਜਿਹੜੀ ਪਦਵੀ ਮਿਲੀ ਕੋਈ ਟਾਲ ਨਹੀਂ ਸਕਿਆ। ਉਹਨੂੰ ਵਿਦਵਾਨ ਵਿਗਿਆਨੀ ਵੀ ਸਾਇੰਸਦਾਨ ਵੀ ਮੰਨਦੇ ਹਨ, ਪਰ ਭਾਵੇਂ ਆਪਣੇ ਤਰੀਕੇ ਨਾਲ ਮੰਨਦੇ ਹਨ, ਪਰ ਇਹ ਮੰਨਿਆ ਜਾਂਦਾ ਕਿ ਉਹ ਹੈ ਜਗ੍ਹਾ। ਇਸੇ ਕਾਰਨ ਜਿੰਨਾ ਤਾਰਾ ਮੰਡਲ ਸੂਰਜ ਜੋ ਚੰਦਰਮਾ ਸਭ ਘੁੰਮਦੇ ਹਨ, ਧਰਤੀ ਘੁੰਮਦੀ ਹੈ, ਕੋਈ ਚੀਜ਼ ਰੁਕੀ ਨਹੀਂ, ਸਾਰੇ ਚਲਾਏਮਾਨ ਹਨ। ਪਰ ਗੁਰਬਾਣੀ ਦਾ ਫੈਸਲਾ ਹੈ, ਸਤਿਗੁਰਾਂ ਕਈ ਜਗ੍ਹਾ ਲਿਖਿਆ ਕਿ ਧਰੂ ਦਾ ਟਿਕਾਣਾ ਕੋਈ ਹਿਲਾ ਨਹੀਂ ਸਕਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਨਾਮ ਦੀ ਬਰਕਤ ਕਰਕੇ। ਅਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿਨ੍ਹਾਂ ਨੂੰ ਤੱਤ ਲੱਭ ਗਿਆ, ਭਾਵੇਂ ਇੱਕ ਗੱਲ ਤੋਂ ਹੀ ਲੱਭ ਗਿਆ, ਭਾਵੇਂ ਕਿੰਨੇ ਗ੍ਰੰਥ ਪੜ੍ਹ ਲਏ, ਜਿੰਨਾ ਚਿਰ ਤੱਤ ਸਾਰ ਪ੍ਰਾਪਤ ਨਹੀਂ ਹੁੰਦਾ ਉਹਨੂੰ ਠੋਕਰ ਵੱਜਦੀ ਨਹੀਂ, ਉਹ ਜੀਵ ਸ਼ੁਭ ਰਸਤੇ ਤੁਰਦਾ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਗੁਰਮੁਖ ਹੋਵੇ ਸੋ ਤੱਤ ਬਿਲੋਵੈ, ਰਸਨਾ ਹਰ ਰਸ ਤਾਹੇ। ਅਤੇ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਗਈ, ਗੁਰੂ ਨੇ ਰਹਿਮਤ ਕੀਤੀ, ਅਤੇ ਉਹੀ ਜਿਹੜਾ ਉਹਦਾ ਬਾਪ ਸੀ ਆ ਕੇ ਉਹਨੂੰ ਕਹਿੰਦਾ ਆਪਣਾ ਰਾਜ ਭਾਗ ਸਮਝ ਲੈ, ਸਾਂਭ ਲੈ ਆਣ ਕੇ। ਉਹ ਕਹਿੰਦਾ ਹੁਣ ਮੈਨੂੰ ਤੇਰੇ ਰਾਜ ਦੀ ਲੋੜ ਨਹੀਂ, ਇਹ ਰਾਜ ਸਦਾ ਨਹੀਂ ਰਹਿਣਾ, ਮੈਂ ਉਹਦੇ ਨਾਲ ਜੁੜਿਆ ਹਾਂ ਜਿਹਦਾ ਸਦਾ ਹੀ ਰਾਜ ਚੱਲਦਾ ਹੈ। ਉਹਦੇ ਵਰਗਾ ਨਾ ਕੋਈ ਰਾਜਾ ਹੈ ਅਤੇ ਨਾ ਹੋਵੇਗਾ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਭਾਵ ਉਹ ਬਾਪ ਨੇ ਮੁੜ ਕੇ ਆਪ ਆ ਕੇ ਆਪਣੀ ਗੱਲ ਮੰਨੀ, ਜਿਹੜੀ ਉਹਦੀ ਭੁੱਲ ਹੋਈ ਸੀ ਕਿ ਰਾਣੀ ਤੋਂ ਉਹ ਝੱਕਦਾ ਹੋਇਆ ਰਾਣੀ ਨੂੰ ਰੋਕ ਨਹੀਂ ਸਕਿਆ ਪੁੱਤਰ ਨੂੰ ਗੋਦੀ 'ਚੋਂ ਬਾਹਰ ਕੱਢਣ ਵਾਸਤੇ। ਪਰ ਹੁਣ ਉਹਨੂੰ ਆ ਕੇ ਉਹ ਗੱਲ ਮੰਨਣੀ ਪਈ, ਅਤੇ 36,000 ਯੁੱਗ ਕਹਿੰਦੇ ਉਹਨੇ ਇੱਥੇ ਰਾਜ ਕੀਤਾ ਸੰਸਾਰ 'ਤੇ। ਅਤੇ ਫਿਰ ਪਰਲੋਕ ਦੇ ਵਿੱਚ ਵੀ ਪਰਮੇਸ਼ਰ ਦਾ ਜਿਹੜਾ ਉਹਨੂੰ ਟਿਕਾਣਾ ਬਖਸ਼ਿਆ ਹੋਇਆ ਮਿਲਿਆ, ਜਿਹੜਾ ਸਦਾ ਵਾਸਤੇ ਕੋਈ ਹਿਲਾ ਨਹੀਂ ਸਕਦਾ ਉੱਥੋਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਇਹ ਗੁਰਮੁਖਾਂ ਦੀ ਅਵਸਥਾ ਐਸੀ ਬਣਦੀ ਜਿਹਨਾਂ ਗੁਰੂ ਦੀ ਗੱਲ ਨੂੰ ਮੰਨਿਆ, ਹਰ ਵੇਲੇ ਗੁਰੂ ਨੂੰ ਮੁੱਖ ਰੱਖਿਆ, ਕੁਝ ਕਰਨਾ ਕਿਤੇ ਜਾਣਾ, ਹਰ ਵੇਲੇ ਗੁਰੂ ਨੂੰ ਅੱਗੇ ਸਮਝਣਾ ਕਿ ਗੁਰੂ ਦੇ ਪਿੱਛੇ ਚੱਲਦੇ ਹਾਂ। ਜਿਹੜਾ ਗੁਰਮੁਖ ਹੁੰਦਾ ਹੈ ਉਹ ਤਾਂ ਸਿਧਾਂਤ ਦਾ ਹੀ ਵਿਚਾਰ ਕਰਦਾ ਰਹਿੰਦਾ ਹੈ ਕਿ ਇਹਦਾ ਸਿਧਾਂਤ ਕੀ ਹੈ, ਇਹਦਾ ਮਤਲਬ ਕੀ ਹੈ, ਅਤੇ ਦੂਜੇ ਆਮ ਦੂਜੀਆਂ ਗੱਲਾਂ ਤੋਂ ਝਗੜਦੇ ਹਨ। ਉਸ ਦੀ ਰਸਨਾ ਪਰ ਹਰੀ ਨਾਮ ਰਸ ਟਿਕਿਆ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਘਰ ਵਤ ਛੋਡੇ ਬਾਹਰ ਧਾਵੇ, ਮਨਮੁਖ ਅੰਧੇ ਸਾਧ ਨਾ ਪਾਵੇ। ਹੁਣ ਸਾਧ ਅਤੇ ਸਾਧ ਦਾ ਫਰਕ ਹੈ। ਸਾਧ ਉਹ ਹੈ ਜਿਹੜਾ ਸਾਧਨਾ ਕਰ ਰਿਹਾ ਹੈ, ਆਪਣੇ ਸਰੀਰ ਨੂੰ, ਇੰਦਰੀਆਂ ਨੂੰ, ਮਨ ਨੂੰ ਸਾਧਦਾ ਹੈ। ਅਤੇ ਸਾਧ ਕਹਿੰਦੇ ਸਵਾਦ ਨੂੰ, ਰਸ ਨੂੰ। ਜੇ ਸਤਿਗੁਰੂ ਜੀ ਕਹਿੰਦੇ ਹਨ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਕਹਿੰਦੇ ਇਹ ਹੋਰ ਰਸ ਹਨ, ਇਹ ਨਾਮ ਨਾਲ ਨਹੀਂ ਜੋੜਨ ਦਿੰਦੇ। ਇਸ ਕਰਕੇ ਮਾਂ ਸੰਸਾਰੀ ਜੀਵ ਦੀ ਹਾਲਤ ਅੰਤःਕਰਨ ਰੂਪ ਘਰ ਵਿੱਚ, ਹਿਰਦੇ ਵਿੱਚ ਜੋ ਬ੍ਰਹਮ ਵਸਤੂ ਹੈ ਉਸ ਨੂੰ ਪਛਾਣਦਾ ਨਹੀਂ, ਉਹਦਾ ਪਤਾ ਨਹੀਂ, ਉਹਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਹਨ। ਜਿਵੇਂ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਅਤੇ ਜਦੋਂ ਉਹਨੂੰ ਉਹਦੀ ਵਾਸ਼ਨਾ ਆਉਂਦੀ ਹੈ ਅਤੇ ਉਹ ਸਮਝਦਾ ਕਿ ਬਾਹਰੋਂ ਆ ਰਹੀ ਹੈ,
ਉਹ ਬਾਹਰ ਹੀ ਵੇਂਦਾ ਵੇਂਦਾ ਭਟਕਦਾ ਥੱਕ ਜਾਂਦਾ, ਪਰ ਅੰਦਰ ਦਾ ਨੂੰ ਪਤਾ ਨਹੀਂ ਤੇ ਮੇਰੇ ਅੰਦਰ ਹੈ। ਇਸੇ ਪ੍ਰਕਾਰ ਪਰਮੇਸ਼ਰ ਸਭ ਦੇ ਅੰਦਰ ਹੈ, ਪਰ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨ ਲੈਂਦਾ ਉਹਦੇ ਕੋਲ ਪ੍ਰਗਟ ਹੋ ਜਾਂਦਾ। ਦੂਜੇ ਥਾਂ ਗੁਪਤੀ ਹੈ, ਕਿਸੇ ਨੂੰ ਪਤਾ ਨਹੀਂ। ਕਹਿ ਦੇ ਦਿੰਦੇ ਹਨ 10ਵਾਂ ਦੁਆਰ, ਪਰ ਜਿਹਦਾ 10ਵਾਂ ਦੁਆਰ ਖੁੱਲ੍ਹ ਗਿਆ ਉਹ ਨਵਾਂ ਰਸਾਂ ਤੋਂ ਉੱਪਰ ਹੋ ਜਾਂਦਾ, ਉਹਨੂੰ ਨਵਾਂ ਰਸਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਅਸੀਂ ਸੋਚੀਏ ਅਸੀਂ ਮਾੜੇ ਪਾਸੇ ਵੇਖਣ ਨੂੰ ਹਟੇ ਹਾਂ, ਮਾੜਾ ਖਾਣਾ ਹਟੇ ਹਾਂ, ਮਾੜੀ ਗੱਲ ਸੁਣਨ ਨੂੰ ਹਟੇ ਹਾਂ, ਮਾੜਾ ਬੋਲਣ ਨੂੰ ਹਟੇ ਹਾਂ, ਮਾੜੇ ਵਿਸ਼ੇ ਵਿਕਾਰਾਂ ਤੋਂ ਹਟੇ ਹਾਂ। ਜੇ ਨਹੀਂ ਤੇ ਅਜੇ ਉਹ ਹੀ ਐਵੇਂ ਵਾਧੂ ਗੱਲ ਹੈ। ਅਤੇ ਸਤਿਗੁਰੂ ਜੀ ਕਹਿੰਦੇ ਉਹ ਰਸ ਆਇਆ ਨਹੀਂ, ਉਹ ਅੰਨੇ ਮਨਮੁਖ ਨਾਮ ਦਾ ਸਵਾਦ ਨਹੀਂ ਪਾਉਂਦੇ, ਅਤੇ ਇਸ ਕਰਕੇ ਉਹਦੇ ਤੋਂ ਬਹਿਸ ਕਰਦੇ ਹਨ ਕਿ ਇਹ ਗੱਲ ਸੱਚ ਨਹੀਂ। ਕਿਸੇ ਵੇਖੀ ਤੇ ਦੱਸੋ, ਕਹਿੰਦੇ ਵੇਖਣੀ ਕਿਸੇ ਦੇ ਦੱਸਿਆ ਉਹ ਦਿਸਦੀ ਨਹੀਂ, ਉਹ ਆਪ ਕਮਾਈ ਕਰਕੇ ਵੇਖਣੀ ਪੈਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਮਿਲਿਆ ਹੈ ਪਰਮੇਸ਼ਰ, ਉਹਨਾਂ ਕਿਹਾ ਕਿ ਗੁੰਗੇ ਦੇ ਮਠਿਆਈ ਖਾਣ ਵਾਲੀ ਗੱਲ ਹੈ। ਗੁੰਗੇ ਨੂੰ ਕੋਈ ਮਠਿਆਈ ਦੇ ਦੇਵੇ, ਗੁੜ ਖਵਾ ਦੇਵੇ ਤੇ ਖੁਸ਼ ਹੁੰਦਾ ਹੈ, ਪਰ ਜੇ ਉਹਨੂੰ ਕਹੇ ਕੋਈ ਕਿ ਬੋਲ ਕੇ ਦੱਸ ਕਿਹੋ ਜਿਹਾ ਸਵਾਦ ਹੈ, ਤੇ ਉਹ ਇਸ਼ਾਰਾ ਕਰੇਗਾ ਕਿ ਤੂੰ ਛਕ ਕੇ ਵੇਖ ਲੈ, ਉਹ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਰੱਬ ਮਿਲਿਆ ਹੈ ਉਹ ਜ਼ੁਬਾਨ ਦੇ ਨਾਲ ਉਹਦੀ ਸਾਰੀ ਸਿਫਤ ਨਹੀਂ ਕਹਿ ਕੇ ਦੱਸ ਸਕਦਾ। ਉਹ ਉਹਦੇ ਵਰਗੀ ਕਮਾਈ ਕਰੇ ਗੁਰੂ ਕੀ ਸਿੱਖੀ ਨੂੰ ਮੰਨ ਕੇ, ਤੇ ਫਿਰ ਉਹਨੂੰ ਸਭ ਕੁਝ ਆਪ ਪ੍ਰਤੱਖ ਦਿਸ ਪੈਂਦਾ ਹੈ। ਅਨਰਸ ਰਾਤੀ ਰਸਨਾ ਫੀਕੀ ਬੋਲੇ, ਹਰ ਰਸ ਮੂਲ ਨ ਤਾਏ। ਹੋਰ ਸੰਸਾਰਕ ਰਸਾਂ ਵਿੱਚ ਰਤੀ ਹੋਈ ਜੀਵਾ ਫਿੱਕਿਆਂ ਬਚਨਾਂ ਨੂੰ ਬੋਲਦੀ ਹੈ, ਅਤੇ ਉਸ ਨੂੰ ਕਦਾਚਿਤ ਵੀ ਹਰੀ ਨਾਮ ਰਸ ਪ੍ਰਾਪਤ ਨਹੀਂ ਹੁੰਦਾ। ਨਾਨਕ ਫਿੱਕਾ ਬੋਲਿਆ ਮਨ ਤਨ ਫਿੱਕਾ ਹੋਏ। ਫਿੱਕਾ ਬੋਲਣਾ, ਜ਼ਬਾਨ ਵਿੱਚੋਂ ਬੋਲੀਏ, ਤਨ ਮਨ ਫਿੱਕਾ ਹੋ ਜਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਅਤੇ ਜਿਹੜੀ ਮਿਠਾਸ ਹੈ ਸਾਰਿਆਂ ਨੂੰ ਜੋੜਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਪਿਆਰ ਹੈ, ਹਰੇਕ ਦੇ ਨਾਲ ਰਸ ਰੱਖਣਾ। ਅਤੇ ਇਸ ਕਰਕੇ ਫਿਰ ਉਹ ਅਗਲੀ ਜਿਹੜੀ ਮੰਜ਼ਿਲ ਦਾ ਪਤਾ ਸਹਿਜੇ ਸਹਿਜੇ ਜੀਵ ਨੂੰ ਪ੍ਰਾਪਤ ਹੁੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਉਹ ਨਾਮ ਦਾ ਰਸ ਨਹੀਂ ਆਉਂਦਾ, ਅਤੇ ਨਾ ਜ਼ਬਾਨ ਦੇ ਵਿੱਚ ਰਸ ਹੈ ਅਤੇ ਨਾ ਤਨ ਦੇ ਵਿੱਚ ਰਸ ਹੈ। ਅਤੇ ਭਗਤ ਕਬੀਰ ਜੀ ਦਾ ਫਰਮਾਨ ਉਹਨਾਂ ਦੇ ਨਾਂ 'ਤੇ ਆਉਂਦਾ, ਗੁਰਬਾਣੀ ਵਿੱਚ ਨਹੀਂ ਹੈ, ਕਿਉਂਕਿ ਕਈ ਹੋਰ ਥਾਵਾਂ 'ਤੇ ਬਾਣੀ ਉਚਾਰੀ ਹੈ, ਜਾਂ ਇਹਨਾਂ ਤੋਂ ਅੱਗੇ ਜਿਹੜੇ ਇਹਨਾਂ ਦੇ ਵਾਰਸ ਹੋਏ ਹਨ ਉਹਨਾਂ ਨੇ ਵੀ ਬਾਣੀ ਉਚਾਰਨ ਕੀਤੀ ਕਬੀਰ ਜੀ ਦੇ ਨਾਂ 'ਤੇ ਹੀ। ਅਤੇ ਉੱਥੇ ਲਿਖਿਆ ਹੈ ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ, ਔਰਨ ਕੋ ਸੀਤਲ ਕਰੇ ਆਪੋਂ ਸੀਤਲ ਹੋਏ। ਕਹਿੰਦੇ ਇਹੋ ਜਿਹਾ ਬਚਨ ਕਰ ਪਾਏ ਜਿਹਦੇ ਨਾਲ ਤੈਨੂੰ ਵੀ ਸ਼ਾਂਤੀ ਹੋਵੇ ਅਤੇ ਸੁਣਨ ਵਾਲੇ ਨੂੰ ਵੀ ਸ਼ਾਂਤੀ ਆ ਜਾਵੇ, ਖੁਸ਼ੀ ਆ ਜਾਵੇ। ਇਹ ਨਾ ਹੋਵੇ ਤੂੰ ਹੀ ਆਪਣੇ ਕ੍ਰੋਧ ਵਿੱਚ ਸੜਦਾ ਹੋਵੇਂ ਅਤੇ ਅਗਲੇ ਦੇ ਸੱਤ ਪੜਦੇ ਸਾੜ ਦੇਵੇਂ। ਐਸਾ ਫਿੱਕਾ ਬੋਲ ਜਿਹੜਾ ਹੈ ਉਹ ਮਾੜਾ ਹੈ। ਫਿੱਕਾ ਬੋਲ ਬੋਲਣ ਕਰਕੇ ਅਤੇ ਵੇਖੋ ਕੈਰਵਾਂ ਪਾਂਡਵਾਂ ਦੇ ਨਾਲ ਕੀ ਹੋਇਆ। ਫਿੱਕਾ ਬੋਲ ਬੋਲਣ ਕਰਕੇ ਹੋਰ ਅਨੇਕਾਂ ਐਸੇ ਜਿਹੜੇ ਇਤਿਹਾਸ ਦੇ ਹਵਾਲੇ ਮਿਲਦੇ ਹਨ, ਉਹਨਾਂ ਦੇ ਨਾਲ ਬੜਾ ਕੁਝ ਫਿਰ ਉਹਨਾਂ ਦੇ ਅੱਗੇ ਆਇਆ, ਲੇਖਾ ਦੇਣਾ ਪਿਆ। ਅਤੇ ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ ਭਾਈ ਰੱਬ ਦੇ ਪਿਆਰੇ ਵਿਅਰਥ ਬੋਲਦੇ ਨਹੀਂ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਉਹ ਜੋ ਵੀ ਬੋਲਦੇ ਹਨ ਉਹਨਾਂ ਦਾ ਕੋਈ ਕਾਰਨ ਹੁੰਦਾ, ਕੋਈ ਅਰਥ ਹੁੰਦਾ, ਵਿਅਰਥ ਨਹੀਂ ਬੋਲਦੇ। ਅਤੇ ਉਹਨਾਂ ਦਾ ਕਿਹਾ ਐਵੇਂ ਖਾਲੀ ਜਾਂਦਾ ਵੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਉਹ ਇਹ ਨਹੀਂ ਕਿ ਆਪਣੇ ਪਰਿਵਾਰ ਨੂੰ ਆਪਣਿਆਂ ਨੂੰ ਹੋਰ ਗੱਲ ਦੱਸਦੇ, ਦੂਜਿਆਂ ਨੂੰ ਹੋਰ। ਉਹ ਜੋ ਦੱਸਣਗੇ ਸਾਰੇ ਸੰਸਾਰ ਦੇ ਕੰਮ ਆਉਣ ਵਾਲੀ ਹੈ। ਕੋਈ ਵੀ ਹੋਵੇ ਜਿਹੜਾ ਉਹਨਾਂ ਦੇ ਬਚਨ ਨੂੰ ਸੱਤ ਕਰਕੇ ਮੰਨ ਲਏਗਾ, ਉਹਨੂੰ ਉਹਦਾ ਲਾਭ ਪ੍ਰਾਪਤ ਹੋ ਜਾਂਦਾ ਹੈ, ਭਾਵੇਂ ਕੋਈ ਆਪਣਾ ਭਾਵੇਂ ਬੇਗਾਨਾ। ਇਸ ਕਰਕੇ ਲਾਭ ਉਹਨੂੰ ਮਿਲਣਾ ਹੈ ਜਿਹਨੇ ਕਿਹਾ ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੇ ਹਿਰਦੈ ਪ੍ਰਵੇਸ਼। ਉਹ ਜਨ ਸੱਚੇ ਹੋ ਜਾਂਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਂਦਾ ਗੁਰੂ ਦੇ ਬਚਨ ਦਾ। ਸਤਿਗੁਰੂ ਜੀ ਕਥਨ ਕਰਦੇ ਹਨ ਮਨਮੁਖ ਦੇਹੀ ਭਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ। ਮਨਮੁਖ ਪੁਰਸ਼ ਦੀ ਦੇਹੀ ਦਾ ਭਰਮ ਹੀ ਮਾਲਕ ਹੈ।
ਉਹ ਭਰਮ ਦੇ ਵਿੱਚ ਹੀ ਸਾਰਾ ਸਮਾਂ ਗਵਾ ਲੈਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਇਹ ਭਰਮ ਜਿਹੜਾ ਵੱਡਿਆਂ ਨੂੰ ਕਹਿੰਦੇ ਕੋਣੇ ਮਹਾਨ ਹਸਤੀਆਂ ਵਾਲਿਆਂ ਨੂੰ ਵੀ ਇਹਨੇ 84 ਵਿੱਚ ਲੈ ਆਂਦਾ, ਜਨਮ ਮਰਨ ਵਿੱਚ ਲੈ ਆਂਦਾ। ਜਿੰਨਾ ਚਿਰ ਭਰਮ ਮਿਟਿਆ ਨਹੀਂ ਉਹਨਾਂ ਚਿਰ ਉਹ ਮੁਕਤੀ ਪ੍ਰਾਪਤ ਹੁੰਦੀ ਨਹੀਂ। ਇਸ ਲਈ ਖੋਟੀ ਮੱਤ ਕਰਕੇ ਨਿਤ ਖੁਆਰ ਹੋ ਕੇ ਮਰਦਾ ਹੈ, ਜਾਂ ਖੋਟੀ ਮੱਤ ਕਰਕੇ ਮਰਦਾ ਹੈ ਅਤੇ ਨਿਤਾ ਪ੍ਰਤੀ ਸਦਾ ਲਈ ਜੂਨੀਆਂ ਵਿੱਚ ਖਰਾਬ ਹੁੰਦਾ ਹੈ। ਕਦੇ ਜਨਮ ਕਦੇ ਮਰਨ, ਬਸ ਇਹੋ ਇੱਕ ਚੱਕਰ ਚੱਲਦਾ ਹੈ। ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਪਨੈ ਸੁਖ ਨਾ ਤਾਹੇ। ਕਾਮ ਕ੍ਰੋਧ ਆਦਿਕ 5 ਵਿਸ਼ੇ ਜਿਹੜੇ ਹਨ, 5 ਵਿਸ਼ਿਆਂ ਵਿੱਚ ਅਤੇ ਦਵੈਤ ਭਾਵ ਵਿੱਚ ਜਿਸ ਨੇ ਮਨ ਲਗਾਇਆ ਹੈ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਹੁੰਦਾ, ਅੱਗੋਂ ਪਿਛੋਂ ਤੇ ਹੋਣਾ ਅੱਗੇ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਸੁਪਨੇ ਵਿੱਚ ਵੀ ਇਹਨੂੰ ਦੁੱਖ ਹੀ ਪ੍ਰਾਪਤ ਹੁੰਦਾ, ਦੁੱਖ ਹੀ ਵਹਿੰਦਾ ਰਹਿੰਦਾ ਹੈ। ਜਿਹਨੇ ਇਸ ਪਾਸੇ ਮਨ ਨੂੰ ਰੋਕ ਰੱਖਿਆ ਹੈ, ਇੱਧਰ ਜੋੜਿਆ, ਹੋਰ ਪਾਸੇ ਤੁਰਦਾ ਨਹੀਂ। ਕੰਚਨ ਦੇਹੀ ਸ਼ਬਦ ਪਧਾਰੋ, ਆਣ ਦਿਨ ਭੋਗ ਭੋਗੇ ਹਰ ਸਿਉ ਪਿਆਰੋ। ਜਿਸ ਨੇ ਆਪਣੀ ਦੇਹੀ ਸੋਨੇ ਵਾਂਗੂ ਸ਼ੁੱਧ ਕੀਤੀ ਹੈ ਉਸ ਦਾ ਬ੍ਰਹਮਪਤੀ ਹੈ, ਅਤੇ ਜਿਹੜਾ ਵਿਸ਼ਿਆ ਵਿਕਾਰਾਂ ਵਿੱਚ ਉਹਦਾ ਭਰਮ ਪਤੀ ਹੈ, ਉਹਦਾ ਭਰਮ ਮਾਲਕ ਹੈ, ਭਰਮ ਦੇ ਵਸ ਪੈ ਗਿਆ। ਅਤੇ ਜਿਹਨੇ ਆਪਣੇ ਤਨ ਮਨ ਨੂੰ ਸ਼ੁੱਧ ਕਰ ਲਿਆ ਗੁਰੂ ਕੀ ਸੇਵਾ ਗੁਰੂ ਕੀ ਬੰਦਗੀ ਕਰਕੇ, ਉਹਦਾ ਪਰਮੇਸ਼ਰ ਮਾਲਕ ਬਣ ਜਾਂਦਾ ਹੈ। ਉਸ ਦਾ ਰਾਤ ਦਿਨ ਹਰੀ ਨਾਲ ਪ੍ਰੇਮ ਹੋਣ ਕਰਕੇ ਭੇਦਤਾ ਦੇ ਭੋਗ ਨੂੰ ਉਹ ਰਸਨਾ ਭੋਗਦੀ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹੇ। ਉਹ ਪਰਮੇਸ਼ਰ ਸਾਰਿਆਂ ਸਰੀਰਾਂ ਦੇ ਅੰਦਰ ਹੈ, ਪਰ ਉਸ ਪਰਮੇਸ਼ਰ ਦੇ ਪਾਉਣ ਦਾ ਰਸਤਾ ਹੋਰ ਹੈ। ਜਿਹੜਾ ਉਸ ਦੇ ਭਾਣੇ ਦੇ ਬੁੱਝਣ ਵਿੱਚ ਆਉਂਦਾ ਹੈ, ਹੁਕਮ ਨੂੰ ਬੁੱਝਣੇ ਵਿੱਚ ਸਮਾਉਂਦਾ ਹੈ, ਹਰ ਵੇਲੇ ਗੁਰੂ ਦੀ ਜਿਹੜੀ ਰਮਝ ਹੈ ਨੂੰ ਬੁੱਝ ਲੈਂਦਾ ਹੈ, ਉਹਦੇ 'ਤੇ ਕਿਰਪਾ ਹੋ ਜਾਂਦੀ। ਜਿਵੇਂ ਵਿਦਵਾਨ ਕਹਿੰਦੇ, ਰਮਝਾਂ ਜਿਨ੍ਹਾਂ ਸਮਝੀਆਂ ਪਾਪੀ ਵੀ ਤਰ ਗਏ। ਉਹ ਗੁਰੂ ਦੇ ਇੱਕ ਇਸ਼ਾਰੇ ਤੋਂ ਸਮਝ ਜਾਂਦੇ ਹਨ ਗੁਰੂ ਨੇ ਕੀ ਕਿਹਾ ਹੈ। ਅਤੇ ਜਿਹੜੇ ਮਨਮੁਖ ਹਨ ਉਹ ਸਾਰੀ ਉਮਰ ਪਤਾ ਨਹੀਂ ਕਿੰਨਾ ਸਮਾਂ ਗਵਾ ਕੇ ਕਿੰਨਾ ਕੁਝ ਸੁਣਦੇ, ਕਿੰਨਾ ਕੁਝ ਕਹਿੰਦੇ, ਪਰ ਇੱਕ ਗੱਲ ਦੀ ਸਮਝ ਅਨੁਸਾਰ ਨਹੀਂ ਚੱਲਦੇ। ਇਸ ਕਰਕੇ ਜਿਨ੍ਹਾਂ 'ਤੇ ਕਿਰਪਾ ਹੋਈ ਹੈ, ਏਕ ਅੱਖਰ ਸਤਿਗੁਰੂ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਵਸ ਗਿਆ ਉਹ ਨਿਹਾਲ ਹੋ ਜਾਂਦਾ ਹੈ। ਪਰ ਮਨ ਕਰਕੇ, ਕਿਉਂਕਿ ਗੁਰਬਾਣੀ ਸਾਰੀ ਸਤਿਕਾਰਯੋਗ ਹੈ, ਅਤੇ ਜੇ ਇੱਕ ਅੱਖਰ ਦੀ ਵੀ ਵਿਚਾਰ ਪਿੱਛੇ ਤੁਰ ਪਵੇ ਅਤੇ ਵਿਚਾਰ ਕਰਦਾ ਕਰਦਾ ਜਿਵੇਂ ਇੱਕ ਜੜ ਲੱਗ ਜੇ ਅਤੇ ਰੁੱਖ ਹਰਿਆ ਹੋ ਜਾਂਦਾ ਹੈ, ਸਹਿਜੇ ਸਹਿਜੇ ਉਹਦਾ ਮੁੱਢ ਮਜ਼ਬੂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਫਿਰ ਉਹ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਇਹਦੀ ਇਹ ਵਿਚਾਰ ਹੈ ਕਿ ਸਾਨੂੰ ਇੱਕ ਅੱਖਰ ਦੀ ਵੀ ਅਜੇ ਸਿੱਖਿਆ ਨਹੀਂ ਆਉਂਦੀ, ਜਿੰਨਾ ਚਿਰ ਅਸੀਂ ਭਰਮ ਭੁਲੇਖੇ ਵਿੱਚ ਰਹਿ ਜਾਂਦੇ ਹਾਂ। ਇਸ ਕਰਕੇ ਆਪੇ ਦੇਵੈ ਦੇਵਨਹਾਰ, ਤਿਸ ਆਗੇ ਨਹੀਂ ਕਿਸੇ ਕਾ ਚਾਰਾ। ਕਹਿੰਦੇ ਫਿਰ ਕੀ ਹੋਵੇ? ਸਤਿਗੁਰੂ ਜੀ ਕਹਿੰਦੇ ਭਾਈ ਇਹ ਵਿਚਾਰ ਕਰੋ ਅਤੇ ਅੱਗੇ ਬੇਨਤੀ ਕਰੋ ਕਿ ਉਹ ਪਰਮੇਸ਼ਰ ਐਸਾ ਹੈ, ਦੇਣ ਵਾਲਾ ਪ੍ਰਭੂ ਆਪ ਹੀ ਜਿਸ ਨੂੰ ਦਾਤ ਦਿੰਦਾ ਹੈ, ਅਤੇ ਉਸ ਦੇ ਅੱਗੇ ਕਿਸੇ ਦਾ ਕੋਈ ਚਾਰਾ ਜ਼ੋਰ ਨਹੀਂ ਚੱਲਦਾ। ਜਿਹਨੂੰ ਉਹ ਕੋਈ ਦਾਤ ਬਖਸ਼ਦਾ ਹੈ, ਭਾਵੇਂ ਕਿੰਨਾ ਕੋਈ ਕਿੰਤੂ ਪਰੰਤੂ ਕਰੇ, ਫਲਾਣਾ ਆਹ ਇੱਦਾਂ ਕਿਉਂ ਕਰਦਾ, ਐਵੇਂ ਕਿਉਂ ਕਰਦਾ, ਜਿਹਨੂੰ ਦਾਤ ਮਿਲੀ ਉਹਨੂੰ ਵਰਤਣ ਦੀ ਵੀ ਉਹਨੇ ਸਾਰੀ ਜ਼ਿੰਮੇਵਾਰੀ ਦਿੱਤੀ ਹੈ। ਅਤੇ ਜੇ ਉਹ ਨਾ ਬਖਸ਼ੇ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ, ਕੋਈ ਆਪਣੇ ਚਤਰਾਈ ਨਾਲ ਲੈ ਨਹੀਂ ਸਕਦਾ। ਸਤਿਗੁਰੂ ਕਹਿੰਦੇ ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਹੀਂ ਠਾਕ ਰਹਾਈਆ। ਕਹਿੰਦੇ ਜਿੰਨੀਆਂ ਵੀ ਚੰਗੀਆਂ ਸਿੱਧੀਆਂ ਰਿੱਧੀਆਂ ਨਿਧੀਆਂ ਜੋ ਵੀ ਹੈ ਇਹ ਪਰਮੇਸ਼ਰ ਦੀਆਂ ਦਿੱਤੀਆਂ, ਜਿਹਨੂੰ ਉਹਨੇ ਬਖਸ਼ੀਆਂ ਹਨ, ਜਿਹਨੂੰ ਕਿਸੇ ਨੂੰ ਮਾਣ ਵਡਿਆਈ ਬਖਸ਼ੀ ਹੈ। ਇਸ ਕਰਕੇ ਅਸੀਂ ਕਈ ਵਾਰ ਇਸੇ ਸ਼ੱਕ ਵਿੱਚ ਆ ਜਾਂਦੇ, ਫਲਾਣੇ ਸੰਤ ਮੱਥਾ ਨਹੀਂ ਟਿਕਾਉਂਦੇ, ਫਲਾਣੇ ਟਿਕਾਉਂਦੇ ਹਨ, ਫਲਾਣੇ ਮਾਇਆ ਨੂੰ ਹੱਥ ਨਹੀਂ ਲਾਉਂਦੇ, ਫਲਾਣੇ ਲਾਉਂਦੇ ਹਨ। ਭਾਈ ਆਪੋ ਆਪਣੀ ਅਵਸਥਾ ਐਸੀ ਹੈ। ਭਗਤ ਕਬੀਰ ਜੀ ਕਹਿੰਦੇ ਸੰਸਾਰ ਕਾਲਖ ਦੀ ਕੋਠੜੀ ਹੈ,
ਤੇ ਜਿਹੜੇ ਰੱਬ ਦੇ ਪਿਆਰੇ ਕਾਲਖ ਦੀ ਕੋਠੜੀ ਵਿੱਚੋਂ ਵੀ ਬੇਦਾਗ ਬਾਹਰ ਨਿਕਲ ਆਉਂਦੇ ਹਨ, ਉਹਨਾਂ ਨੂੰ ਕੋਈ ਦਾਗ ਨਹੀਂ ਲੱਗਦਾ, ਕੋਈ ਖੁੱਭਦੇ ਨਹੀਂ ਕਿਸੇ ਚੀਜ਼ ਵਿੱਚ, ਕਲੰਕ ਨਹੀਂ ਲੱਗਦਾ। ਤੇ ਜਿਹੜੇ ਆਮ ਲੋਕ ਇਹਨਾਂ ਗੱਲਾਂ ਵਿੱਚ ਹੀ ਫਸ ਜਾਂਦੇ ਹਨ, ਕਾਲਖ ਨਾਲ ਭਰ ਜਾਂਦੇ ਹਨ ਨਿੰਦਿਆ ਚੁਗਲੀ ਕਰਕੇ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਭਾਈ ਜਿਹਨੂੰ ਉਹਨੇ ਬਖਸ਼ੀ ਹੈ ਤੇ ਉਹਦੇ ਅੱਗੇ ਬੇਨਤੀ, ਮਹਾਰਾਜ ਤੁਧ ਵੇਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਹੀਂ ਠਾਕਰਾਈ। ਇੱਕ ਸਿੱਧੀ ਵੀ ਆਪਣੇ ਆਪ ਕੋਈ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਜਿਹਨੂੰ ਨੇ ਬਖਸ਼ਿਆ ਹੈ ਕਰਮਾਂ ਅਨੁਸਾਰ, ਤੇ ਉਹਨੂੰ ਕੋਈ ਰੋਕ ਨਹੀਂ ਸਕਦਾ, ਕੋਈ ਉਹਦੀਆਂ ਰਿੱਧੀਆਂ ਸਿੱਧੀਆਂ ਤਾਕਤ ਬੰਦ ਨਹੀਂ ਕਰ ਸਕਦਾ। ਤੇ ਜੇ ਉਹ ਰੋਕ ਦੇਵੇ ਤੇ ਕੋਈ ਚਲਾ ਨਹੀਂ ਸਕਦਾ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੇ ਤਿਸ ਦੇਈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹਦੇ ਅੱਗੇ ਬੇਨਤੀ ਕਰੀਏ, ਮਹਾਰਾਜ ਤੇਰੇ ਘਰ ਵਿੱਚ ਸਭ ਕੁਛ ਹੈ, ਤੂੰ ਸਰਬ ਕਲਾ ਸਮਰੱਥ ਹੈ, ਕਿਰਪਾ ਕਰ, ਹੋਰ ਕੋਈ ਤੇਰੇ ਬਰਾਬਰ ਨਹੀਂ ਹੈ। ਆਪੇ ਬਖਸ਼ੇ ਸ਼ਬਦ ਮਿਲਾਏ, ਤਿਸ ਦਾ ਸ਼ਬਦ ਅਥਾਹ ਹੈ। ਹੁਣ ਸ਼ਬਦ ਦੇ ਕਈ ਅਰਥ ਹਨ, ਪਰ ਸਾਰੀਆਂ ਤੁਕਾਂ 'ਚ ਇੱਕੋ ਅਰਥ ਨਹੀਂ ਬਣ ਸਕਦਾ। ਕਿਤੇ ਸ਼ਬਦ ਦਾ ਅਰਥ ਬ੍ਰਹਮ ਕੀਤਾ ਹੈ, ਕਿਤੇ ਸ਼ਬਦ ਦਾ ਅਰਥ ਨਾਮ ਕੀਤਾ ਹੈ। ਇਸ ਪ੍ਰਕਾਰ ਹੋਰ ਵੀ ਅਨੇਕਾਂ ਇਹਦੇ ਅਰਥ ਹਨ। ਤੇ ਸਤਿਗੁਰੂ ਜੀ ਇੱਥੇ ਇਹ ਬਚਨ ਕਰਦੇ ਹਨ, ਆਪ ਹੀ ਗੁਰ ਉਪਦੇਸ਼ ਬਖਸ਼ ਕੇ, ਜੋ ਨਾਮਦਾਨ ਕਿਹਾ ਜਾਂਦਾ ਹੈ ਗੁਰੂ ਨੇ ਬਖਸ਼ਣਾ ਹੈ, ਉਹ ਐਸਾ ਉਪਦੇਸ਼ ਬਖਸ਼ ਕੇ, ਸ਼ਬਦ ਬਖਸ਼ ਕੇ ਆਪਣੇ ਨਾਲ ਮਿਲਾਉਂਦਾ ਹੈ। ਉਸ ਪ੍ਰਮਾਤਮਾ ਦਾ ਹੁਕਮ ਅਥਾਹ ਹੈ, ਉਹਦਾ ਕੋਈ ਅੰਤ ਨਹੀਂ। ਕਿੰਨੀ ਕੁ ਉਹਦੀ ਤਾਕਤ ਹੈ, ਕਿਉਂਕਿ ਇੱਕ ਫੁਰਨੇ ਤੋਂ ਤੇ ਉਹਨੇ ਸਾਰੀ ਸ੍ਰਿਸ਼ਟੀ ਬਣਾ ਦਿੱਤੀ, ਤੇ ਬਾਕੀ ਹੋਰ ਤਾਕਤ ਦਾ ਕੀ ਅੰਤ ਪਾਉਣਾ ਹੈ। ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਕਿਸੇ ਦੇ ਮਨ ਵਿੱਚ ਸ਼ੱਕ ਆ ਗਿਆ, ਤੇ ਉਹ ਕਹਿਣ ਲੱਗਾ ਕਿ ਕਹਿੰਦੇ ਸ਼ਹੀਦਾਂ ਸਿੰਘਾਂ ਵਿੱਚ ਸ਼ਕਤੀ ਬੜੀ ਹੈ, ਕਿੰਨੀ ਕੁ ਤਾਕਤ ਹੋਵੇਗੀ, ਮਹਾਰਾਜ ਮੈਨੂੰ ਵੀ ਕਦੇ ਦਰਸ਼ਨ ਹੋਣ, ਪਤਾ ਲੱਗ ਜਾਵੇ। ਤੇ ਕਹਿੰਦੇ ਉਸ ਵੇਲੇ ਪਰਮੇਸ਼ਰ ਨੇ ਐਸਾ ਕੌਤਕ ਕੀਤਾ ਦਾ ਭਰਮ ਮਿਟਾਉਣ ਵਾਸਤੇ, ਤੇ ਉਹਨੂੰ ਦਰਸ਼ਨ ਹੋ ਗਏ ਸ਼ਹੀਦ ਮਹਾਂਪੁਰਖਾਂ ਦੇ ਪ੍ਰਤੱਖ। ਜਦੋਂ ਦਰਸ਼ਨ ਹੋਏ ਤੇ ਉਹਨੇ ਕਿਹਾ, ਆਪ ਜੀ ਕੌਣ ਹੋ? ਤਿਆਰ ਬਰ ਤਿਆਰ ਰਹਿਣੀ ਬਹਿਣੀ ਦੇ ਵਿੱਚ, ਸੁੰਦਰ ਸਰੀਰ, ਜਵਾਨ, ਹਰ ਤਰ੍ਹਾਂ ਕਰਕੇ ਸਾਰੀਆਂ ਗੱਲਾਂ ਵਿੱਚ ਪੂਰੇ, ਤੇ ਇੰਨਾ ਪ੍ਰੇਮ ਤੇ ਨਿਮਰਤਾ ਵੇਖ ਕੇ ਹੈਰਾਨ ਹੋ ਗਿਆ। ਕਹਿੰਦਾ ਇਹ ਪੁਰਖ ਕੌਣ ਹੈ ਜਿਹਦੇ ਏਡੇ ਖੁਸ਼ੀ ਵਾਲੇ ਦਰਸ਼ਨ ਹੋਏ ਹਨ? ਨਿਹਾਲ ਕਰ ਦਿੱਤਾ। ਉਹਨੇ ਕਿਹਾ, ਜੀ ਆਪ ਜੀ ਕੌਣ ਹੋ? ਤੇ ਅੱਗੋਂ ਆਵਾਜ਼ ਆਈ, ਭਾਈ ਜਿਨ੍ਹਾਂ ਨੂੰ ਤੂੰ ਯਾਦ ਕਰਦਾ ਹੈ। ਕਹਿੰਦਾ ਮਹਾਰਾਜ ਹੁਣ ਖੋਲ੍ਹ ਕੇ ਦੱਸ ਦਿਓ। ਕਹਿੰਦੇ ਤੂੰ ਕਿਹਾ ਸੀ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋਣੇ ਚਾਹੀਦੇ ਹਨ, ਪਰ ਇਹ ਜਿਹੜੀ ਚੀਜ਼ ਹੈ ਇਹਨੂੰ ਜਰਨ ਵਾਸਤੇ ਵੀ ਤਾਕਤ ਚਾਹੀਦੀ ਹੈ। ਹੁਣ ਇਸ ਕਰਕੇ ਗੈਸ ਜਿਹੜੀ ਹੈ ਪਕਾਨੇ ਵਿੱਚ ਕਿੰਨੀ ਕੁ ਭਰੀ ਜਾਵੇਗੀ, ਅਤੇ ਸਿਲੰਡਰ ਵਿੱਚ ਕਿੰਨੀ ਭਰੀ ਜਾਂਦੀ, ਕਿ ਸਿਲੰਡਰ ਵਿੱਚ ਭਰਨ ਦੀ ਉਨੀ ਸ਼ਕਤੀ ਹੈ, ਪਕਾਨਾ ਉਨੀ ਗੈਸ ਜਰ ਨਹੀਂ ਸਕਦਾ। ਉਹ ਵੀ ਕਹੇ ਮੈਂ ਸਿਲੰਡਰ ਦੀ ਰੀਸ ਕਰਦਾ, ਕਿਵੇਂ ਕਰੇਗਾ? ਭਾਵ ਇੱਥੇ ਕਹਿਣ ਦਾ ਇਹ ਹੈ ਕਿ ਉਹਨੇ ਕਿਹਾ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਸ਼ਹੀਦ ਸਿੰਘ ਆ, ਜੋ ਤੇਰੇ ਕਹਿਣ 'ਤੇ ਇਹ ਸਾਨੂੰ ਦਰਸ਼ਨ ਦੇਣੇ ਪਏ। ਉਹਨਾਂ ਕਿਹਾ ਤੁਹਾਡੇ ਕੋਲ ਤਾਕਤ ਕਿੰਨੀ? ਕਹਿੰਦੇ ਤਾਕਤ ਨਾ ਪੁੱਛ। ਕਹਿੰਦੇ ਕਿਉਂ? ਕਹਿੰਦਾ ਤਾਕਤ ਸਾਡੀ ਨਹੀਂ, ਇਹ ਪਰਮੇਸ਼ਰ ਦੀ ਬਖਸ਼ੀ ਹੋਈ ਹੈ। ਇਸ ਕਰਕੇ ਫਿਰ ਵੀ ਉਹਨੇ ਕਿਹਾ ਮਹਾਰਾਜ ਕੁਝ ਨਾ ਕੁਝ ਤਾਂ ਸਾਡੇ ਪੱਲੇ ਪੈ ਜਾਵੇ। ਉਹਨੇ ਕਿਹਾ ਮੈਂ ਇਕੱਲਾ ਹੀ ਜੇ ਚਾਹਵਾਂ ਤਾਂ ਸਾਰੀ ਧਰਤੀ ਨੂੰ ਉਲਟਾ ਸਕਦਾ ਹਾਂ, ਪਰ ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ, ਹੁਕਮ ਤੋਂ ਬਿਨਾਂ ਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ ਇਸ ਕਰਕੇ ਉਹਨੇ ਕਿਹਾ ਹੋਰ ਇਹ ਫੌਜ ਪਤਾ ਨਹੀਂ ਕਿੰਨੀ ਕੁ ਬੇਅੰਤ ਹੈ, ਜਿਹੜਾ ਇੱਕ ਗੁਰੂ ਦੇ ਉਪਦੇਸ਼ ਨਾਲ ਚੱਲਣ ਵਾਲਾ, ਕਈ ਸ਼ਕਤੀਆਂ ਉਹਦੇ ਨਾਲ ਐਸੀਆਂ ਰਹਿੰਦੀਆਂ ਹਨ, ਉਹ ਇਕੱਲਾ ਨਹੀਂ ਹੁੰਦਾ। ਇਹ ਉਹਨਾਂ ਨੂੰ ਪਤਾ ਹੈ ਜਿਹੜੇ ਕਮਾਈ ਵਾਲੇ ਹਨ। ਇਸ ਕਰਕੇ ਉਹਨਾਂ ਕਿਹਾ ਕਿ ਇਹ ਜੋ ਵੀ ਤਾਕਤ ਪਰਮੇਸ਼ਰ ਦੀ ਬਖਸ਼ੀ, ਅਸੀਂ ਆਪਣੀ ਵਡਿਆਈ ਵਾਸਤੇ, ਵਿਖਾਵੇ ਵਾਸਤੇ ਨੂੰ ਵਰਤਦੇ ਨਹੀਂ। ਜਿੱਥੇ ਜ਼ਰੂਰ ਹੁੰਦੀ ਹੈ, ਜ਼ਰੂਰਤ ਹੁੰਦੀ ਹੈ, ਜ਼ਰੂਰੀ ਹੈ, ਉੱਥੇ ਉਹਦੀ ਆਗਿਆ ਅਨੁਸਾਰ ਸਾਨੂੰ ਜਾਣਾ ਪੈਂਦਾ ਹੈ। ਸਖਤ ਤੋਂ ਸਖਤ ਜਿਹੜਾ ਲੋਕਾਂ ਨੂੰ ਭੁਲੇਖਾ ਹੈ ਕਿ ਪੀਰਾਂ ਫਕੀਰਾਂ ਤੋਂ ਵੱਡਾ ਕੋਈ ਨਹੀਂ ਹੈ। ਜ਼ਰੂਰੀ ਹੈ ਕਿ ਜਿਹਨੇ ਕਮਾਈ ਕੀਤੀ ਉਹਦੇ ਕੋਲ ਤਾਕਤ ਹੈ, ਪਰ ਜਿਹੜੀ ਗੁਰੂ ਦੀ ਤਾਕਤ ਹੈ ਅਤੇ ਸ਼ਹੀਦਾਂ ਨੂੰ ਸ਼ਕਤੀ ਮਹਾਰਾਜ ਬਖਸ਼ੀ ਹੈ, ਇਸ ਕਰਕੇ ਉਹਨਾਂ ਦੀ ਤਾਕਤ ਨੂੰ ਉਹੀ ਜਾਣਦੇ ਹਨ। ਕਿਉਂਕਿ ਜਿੱਥੇ ਛੇਤੀ ਤੋਂ ਛੇਤੀ ਕੋਈ ਅੜਿਆ ਕੰਮ ਜਿਹੜਾ ਰਾਸ ਕਰਨਾ ਹੋਵੇ, ਉੱਥੇ ਫਿਰ ਇਹਨਾਂ ਦਾ ਪਹਿਰਾ ਲੱਗਦਾ ਹੈ। ਅਤੇ ਜਿਹੜਾ ਢਿੱਲ ਮੱਠ ਵਾਲਾ, ਉਹਦਾ ਫਿਰ ਕੰਮ ਜਿਹੜਾ ਦੂਜੇ ਲੋਕ ਵੀ ਬੜਾ ਬੁਰਾ ਹਾਲ ਹੁੰਦਾ ਹੈ। ਜੋ ਕੋਈ ਪਖੰਡ ਕਰੇ, ਇਸੇ ਤਰ੍ਹਾਂ ਕਿਸੇ ਪਖੰਡੀ ਨੇ ਕਹਿ ਦਿੱਤਾ ਮੈਨੂੰ ਬਾਬਾ ਦੀਪ ਸਿੰਘ ਦਰਸ਼ਨ ਦਿੰਦਾ ਹੈ, ਮੇਰੇ ਵਿੱਚ ਪਹਿਰਾ ਹੈ,
ਤੇ ਉਹ ਗੁਰਮੁਖ ਕੋਈ ਕਹਿਣ ਲੱਗਾ, ਭਾਈ ਝੂਠ ਨਾ ਬੋਲੀ, ਐਵੇਂ ਅਫਵਾਹ ਨਾ ਡਾਈ, ਕਿਉਂਕਿ ਬਾਬੇ ਦੀਪ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਹੈ ਉਹ ਵੀ ਗੁਰੂ ਦੀ ਭੇਟਾ ਕਰ ਦਿੱਤਾ। ਜੇ ਤੂੰ ਝੂਠ ਬੋਲਿਆ ਤੇ ਤੇਰਾ ਸੀਸ ਉਸ ਤਰ੍ਹਾਂ ਹੀ ਉਹਨੇ ਰਹਿਣ ਨਹੀਂ ਦੇਣਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਉਹਨਾਂ ਦਾ ਸਦਾ ਹੀ ਜਿਹੜਾ ਹੈ ਭੈ, ਉਹਨਾਂ ਦਾ ਸਤਿਕਾਰ ਮਨ ਵਿੱਚ ਰੱਖਣਾ ਚਾਹੀਦਾ ਹੈ, ਪਰ ਖਾਸ ਕਰਕੇ ਕਿਸੇ ਦੀ ਅਜਮਾਇਸ਼ ਐਸੀ ਨਹੀਂ ਕਰਨੀ ਚਾਹੀਦੀ। ਸੋ ਉਹਨੇ ਕਿਹਾ ਐਸੀ ਬੇਅੰਤ ਸ਼ਕਤੀ ਹੈ, ਅਜੇ ਤੈਨੂੰ ਇੱਕ ਦੱਸੀ ਹੈ, ਤੇਰੇ ਕਹਿਣ ਦੇ ਮੁਤਾਬਕ ਇਹ ਪਰਮੇਸ਼ਰ ਦੀ ਹੁਕਮ ਦੇ ਵਿੱਚ ਫੌਜ ਆਗਿਆ ਵਿੱਚ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਹਨੂੰ ਆਪਣੇ ਹੁਕਮ ਦੇ ਨਾਲ ਉਹਨੇ ਜੋੜ ਲਿਆ ਉਹਦੀ ਵੀ ਤਾਕਤ ਅਥਾਹ ਹੋ ਜਾਂਦੀ ਹੈ। ਤੇ ਪਰਮੇਸ਼ਰ ਦੀ ਤਾਕਤ ਕੌਣ ਕਹੇ? ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸਮਾਰ। ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ। ਸਤਿਗੁਰੂ ਜੀ ਕਹਿੰਦੇ ਹਨ, ਸਰੀਰ ਆਦਿਕ, ਇਹਨੂੰ ਕਹਿੰਦੇ ਜੀਉ ਪਿੰਡ, ਪ੍ਰਾਣ ਤੇ ਸਰੀਰ, ਇਹ ਜੋ ਕੁਝ ਵੀ ਹੈ ਸਭ ਕੁਝ ਉਸੇ ਦਾ ਦਿੱਤਾ ਹੋਇਆ ਹੈ। ਬੇਨਤੀ ਕੀਤੀ ਅਤੇ ਹਰੀ ਨਾਮ ਨੂੰ ਜਪ ਕੇ ਗੁਰਮੁਖਾਂ ਨੂੰ ਫਿਰ ਉਹ ਆਨੰਦ ਪ੍ਰਾਪਤ ਹੁੰਦਾ ਹੈ, ਜਿਹੜਾ ਆਨੰਦ ਕਦੇ ਖਤਮ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਜ ਦਾ ਜਿਹੜਾ ਇਹ ਫਰਮਾਨ ਹੈ, ਇਹਦੀ ਮੁੱਖ ਸਿੱਖਿਆ ਹੀ ਹੈ ਕਿ ਭਾਈ ਗੁਰੂ ਕੇ ਬਚਨ ਨੂੰ ਸਤ ਕਰਕੇ ਮੰਨਣਾ। ਜੇ ਸਾਡੇ ਕੋਲੋਂ ਕੋਈ ਊਣਤਾਈ ਹੈ ਤਾਂ ਵੀ ਗੁਰੂ ਅੱਗੇ ਬੇਨਤੀ ਕਰੇ ਕਿ ਮਹਾਰਾਜ ਅਸੀਂ ਕੁਝ ਨਹੀਂ ਕਰ ਸਕਦੇ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਇਸ ਕਰਕੇ ਡੋਰੀ ਹੁਕਮ ਦੀ ਤੇਰੇ ਹੱਥ ਵਿੱਚ ਹੈ, ਸਾਨੂੰ ਉਲਟ ਪਾਸੇ ਤੋਂ ਰੋਕ ਕੇ ਜਿਹੜਾ ਤੇਰਾ ਸ਼ੁਭ ਰਸਤਾ ਹੈ ਉਹਦੇ ਅਨੁਸਾਰ ਤੋਰਨਾ ਕਰ, ਕਿਰਪਾ ਕਰ। ਸਤਿਗੁਰੂ ਰਹਿਮਤ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨਾ, ਪੰਥ ਦਾ ਧਰਮ ਦਾ ਵਾਧਾ ਹੋਏ, ਏਕਤਾ ਹੋਏ। ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾਚ ਧਾਰਨਾ ਕੇ ਤੋਂ ਸੋਝੀ ਸਮੱਤ ਬਖਸ਼ਣੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।